ਹਾਂਜੀ, ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਬੱਚਿਓ, ਅੱਜ ਅਸੀਂ 9ਵੀਂ ਕਲਾਸ ਦੀ ਕਹਾਣੀ ਜਿਸ ਦਾ ਨਾਮ ਹੈ ਬੱਸ ਕੰਡਕਟਰ ਪੜ੍ਹਾਂਗੇ ਅਤੇ ਇਸ ਕਹਾਣੀ ਨੂੰ ਦਲੀਪ ਕੌਰ ਟਿਵਾਣਾ ਜੀ ਨੇ ਲਿਖਿਆ ਹੈ। ਇਹ ਕਹਾਣੀ ਬੇਟਾ ਇੱਕ ਉਸ ਨੌਜਵਾਨ ਦੀ ਹੈ ਜੋ ਹੱਲਿਆਂ ਦੇ ਵਿੱਚ ਪਾਕਿਸਤਾਨ ਤੋਂ ਪੰਜਾਬ ਆ ਜਾਂਦਾ ਹੈ ਅਤੇ ਇੱਥੇ ਆ ਕੇ ਉਹ ਨਾਭੇ ਤੋਂ ਪਟਿਆਲੇ ਨੂੰ ਜਾਣ ਵਾਲੀ ਇੱਕ ਬੱਸ ਦੇ ਉੱਪਰ, ਜਿਹਦਾ ਨਾਮ ਹੈ ਪੀਪਲਜ਼ ਬੱਸ ਦੇ ਉੱਪਰ ਕੰਡਕਟਰ ਲੱਗ ਜਾਂਦਾ ਹੈ। ਅਤੇ ਇੱਥੇ ਇੱਕ ਲੜਕੀ ਹੈ ਜੋ ਹਰ ਰੋਜ਼ ਬੱਸ ਦੇ ਉੱਪਰ ਆਉਣ ਜਾਣ ਕਰਦੀ ਹੈ ਅਤੇ ਉਹ ਪਟਿਆਲੇ ਡਾਕਟਰ ਲੱਗੀ ਹੁੰਦੀ ਹੈ। ਅਤੇ ਜਿਹੜਾ ਇਹ ਜੀਤ ਨਾਮ ਦਾ ਕਨੈਕਟਰ ਆ ਅਤੇ ਪਾਲੀ ਨਾਮ ਦੀ ਉਹ ਡਾਕਟਰ ਆ, ਉਹਨਾਂ ਦੀ ਬੇਟਾ ਇਹ ਕਹਾਣੀ ਆ। ਕਹਾਣੀ ਦੇ ਵਿੱਚ ਤੁਸੀਂ ਵੇਖੋਗੇ ਕਿ ਉਹ ਹੋਰ ਲੋਕਾਂ ਨੂੰ ਤਾਂ ਕਹਿੰਦਾ ਕਿ ਪੈਸੇ ਖੁੱਲ੍ਹੇ ਲੈ ਕੇ ਆਓ, ਜਿਵੇਂ ਕਿਸੇ ਬਜ਼ੁਰਗ ਔਰਤ ਨੂੰ, ਅਤੇ ਫਿਰ ਉਹ ਜੇ ਭੀੜ ਵੀ ਹੁੰਦੀ ਹੈ ਤਾਂ ਲੋਕਾਂ ਨੂੰ ਬੱਸ ਤੋਂ ਨੀਚੇ ਉਤਾਰਦਾ ਅਤੇ ਉਸ ਕੁੜੀ ਲਈ ਇੱਕ ਸਪੈਸ਼ਲ ਸੀਟ ਵੀ ਰੱਖਦਾ ਅਤੇ ਉਹਦੀ ਟਿਕਟ ਵੀ ਨਹੀਂ ਲੈਂਦਾ। ਅਤੇ ਇੱਕ ਦਿਨ ਚੈੱਕ ਕਰਾਉਂਦਾ ਅਤੇ ਉਹ ਕਹਿੰਦਾ ਕਿ ਮੇਰੀ ਭੈਣ ਹੈ ਪਾਲੀ। ਅਤੇ ਆਖਰ ਦੇ ਵਿੱਚ ਪਾਲੀ ਵੀ ਬੇਟਾ ਜਿਹੜੀ ਕਨਫਿਊਜ਼ ਹੋ ਜਾਂਦੀ ਹੈ ਕਿ ਇਹ ਜਿਹੜਾ ਕਨੈਕਟਰ ਆ ਮੇਰੇ ਪ੍ਰਤੀ ਜਿਹੜਾ ਇਹਦਾ ਸਨੇਹ ਆ ਇੰਨਾ ਕਿਉਂ ਆ। ਸਨੇਹ ਤੋਂ ਭਾਵ ਹੁੰਦਾ ਪਿਆਰ ਹੁੰਦਾ, ਵੀ ਇਹ ਮੇਰੇ ਨਾਲ ਐਸੀ ਕੈਸੀ ਸਾਂਝ ਹੈ ਇਸ ਬੰਦੇ ਦੀ। ਅਤੇ ਲੋਕ ਉਹਨੂੰ ਗੱਲੀ ਬਾਤੀ ਮਸਕਰੀਆਂ ਮਖੌਲ ਵੀ ਕਰਦੇ ਨੇ ਕਿ ਸ਼ਾਇਦ ਇਹ ਮੁੰਡਾ ਜਿਹੜਾ ਮਾੜੀ ਨੀਅਤ ਨਾਲ ਇਸ ਕੁੜੀ ਨੂੰ ਬੱਸ 'ਚ ਚੜ੍ਹਾਉਂਦਾ ਜੇ ਇਹਨੂੰ ਸੀਟ ਦਿੰਦਾ। ਅਤੇ ਆਖਰ ਦੇ ਵਿੱਚ ਬੇਟਾ ਜਾ ਕੇ ਜਿਹੜੀ ਇਹ ਕਹਾਣੀ ਦਾ ਅੰਤ ਹੁੰਦਾ ਅਤੇ ਉਹ ਜਿਹੜਾ ਜੀਤ ਆ ਇਸ ਪਾਲੀ ਨਾਮ ਦੀ ਨਰਸ ਨੂੰ, ਕੁੜੀ ਨੂੰ ਕਹਿੰਦਾ ਕਿ ਹੱਲਿਆਂ ਦੇ ਟਾਈਮ ਮੇਰੀ ਭੈਣ ਵੀ ਤੁਹਾਡੇ ਵਾਂਗ ਡਾਕਟਰੀ ਦੀ ਪੜ੍ਹਾਈ ਕਰਦੀ ਸੀ, ਉਹ ਮਰ ਗਈ ਸੀ ਅਤੇ ਮੈਂ ਹਰ ਰੋਜ਼ ਤੁਹਾਡੇ ਵਿੱਚੋਂ ਆਪਣੀ ਭੈਣ ਨੂੰ ਵੇਖਦਾ, ਇਸ ਕਰਕੇ ਮੈਂ ਤੁਹਾਡੇ ਲਈ ਮਤਲਬ ਸੀਟ ਰੱਖਦਾ, ਤੁਹਾਡੀ ਟਿਕਟ ਲੈਣਾ ਕਿ ਤੂੰ ਮੇਰੀ ਭੈਣ ਆ। ਸੋ ਬੇਟਾ ਇਹ ਕਹਾਣੀ ਇੱਕ ਕਨੈਕਟਰ ਦੀ ਸੋਚ 'ਤੇ ਡਿਪੈਂਡ ਕਰਦੀ ਹੈ ਕਿ ਇੱਕ ਬੱਸ ਦੇ ਵਿੱਚ ਚੜ੍ਹਨ ਵਾਲੀ ਕੁੜੀ ਨੂੰ ਉਹ ਕਿੰਨਾ ਅਦਬ ਅਤੇ ਸਤਿਕਾਰ ਦਿੰਦਾ। ਉਸ ਕੁੜੀ ਨੂੰ ਉਹ ਕੋਈ ਗਲਤ ਨੀਅਤ ਨਾਲ ਨਹੀਂ ਵੇਖਦਾ, ਜਦ ਕਿ ਲੋਕਾਂ ਦੇ ਮਨ 'ਚ ਇਹ ਹੁੰਦਾ ਕਿ ਸ਼ਾਇਦ ਗਲਤ ਨੀਅਤ ਨਾਲ ਉਸ ਕੁੜੀ ਨੂੰ ਬੱਸ ਦੇ ਵਿੱਚ ਚੜ੍ਹਾਉਂਦਾ ਖੜਾਉਂਦਾ ਉਤਾਰਦਾ। ਅਤੇ ਬਟ ਉਹਦੇ ਪਿੱਛੇ ਜਿਹੜਾ ਬੇਟਾ ਉਹਦਾ ਹੁੰਦਾ ਨਿੱਜ, ਉਹਦੇ ਪਿੱਛੇ ਜਿਹੜਾ ਪਿਆਰ ਹੁੰਦਾ ਉਹ ਹੁੰਦਾ ਕਿ ਮੇਰਾ ਹੁਣ ਇੱਥੇ ਸੰਸਾਰ ਦੇ ਵਿੱਚ ਸਭ ਲੋਕ ਉੱਥੇ ਹੱਲਿਆਂ 'ਚ ਵਿਛੜ ਗਏ ਕਿ ਮੈਨੂੰ ਪਾਲੀ ਤੇਰੇ ਦੇ ਵਿੱਚ ਆਪਣੀ ਭੈਣ ਨਜ਼ਰ ਆਉਂਦੀ ਆ। ਸੋ ਇਹ ਇੱਕ ਛੋਟੀ ਜਿਹੀ ਕਹਾਣੀ ਆ ਜਿਨ੍ਹਾਂ ਨੂੰ ਦਲੀਪ ਕੌਰ ਟਿਵਾਣਾ ਜੀ ਨੇ ਲਿਖਿਆ। ਆਓ ਇਸ ਕਹਾਣੀ ਦੇ ਸਾਰ ਨੂੰ ਪੜ੍ਹਦੇ ਹਾਂ। ਜਦੋਂ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ ਸੀ ਤਾਂ ਉਹ ਹਰ ਰੋਜ਼ ਬੱਸ ਰਾਹੀਂ ਨਾਭੇ ਤੋਂ ਪਟਿਆਲੇ ਜਾਂਦੀ ਸੀ। ਬੱਸ ਵਿੱਚ ਭੀੜ, ਗਰਮੀ, ਕੰਡਕਟਰਾਂ ਦੀਆਂ ਅਜੀਬ ਹਰਕਤਾਂ ਅਤੇ ਅਸੱਭਿਆ ਬੋਲਾਂ ਕਾਰਨ ਉਸ ਦਾ ਮਨ ਬਹੁਤ ਕਾਲਾ ਪੈ ਜਾਂਦਾ ਸੀ। ਇੱਕ ਦਿਨ ਜੀਤ ਨਾਂ ਦਾ ਕੰਡਕਟਰ ਬਹੁਤ ਸਾਊ ਸੁਭਾਅ ਵਾਲਾ ਸੀ। ਇਹ ਪਾਲੀ ਨੂੰ ਲੱਗਦਾ ਬੇਟਾ। ਪਾਲੀ ਉਸ ਨੂੰ ਆਪਣੇ ਪ੍ਰਤੀ ਉਸ ਦਾ ਵਤੀਰਾ, ਹਮਦਰਦੀ ਭਰਪੂਰ ਵਰਤਾਓ ਪਸੰਦ ਸੀ, ਪਰ ਉਸ ਦੀ ਹੱਦ ਤੋਂ ਵੱਧ ਹਮਦਰਦੀ ਪਾਲੀ ਨੂੰ ਪਰੇਸ਼ਾਨ ਕਰਨ ਲੱਗੀ। ਜੀਤ ਇੱਕ ਬੁੱਢੀ ਨੂੰ ਖੁੱਲ੍ਹੇ ਪੈਸੇ ਨਾ ਹੋਣ ਕਰਕੇ ਉਸ ਨੂੰ ਥੱਲੇ ਉਤਰ ਕੇ ਨੋਟ ਬਣਾ ਕੇ ਲਿਆਉਣ ਲਈ ਕਹਿੰਦਾ ਹੈ, ਪਰ ਪਾਲੀ ਕੋਲ ਟਿਕਟ ਲਈ ਖੁੱਲ੍ਹੇ ਪੈਸੇ ਨਾ ਹੋਣ 'ਤੇ ਉਸਨੇ ਉਸ ਨੂੰ ਅਗਲੇ ਦਿਨ ਪੈਸੇ ਦੇਣ ਲਈ ਕਹਿ ਦਿੱਤਾ। ਉਸਨੇ ਇੱਕ ਦਿਨ ਆਵਾਜ਼ਾਂ ਕੱਸਣ ਵਾਲੇ ਇੱਕ ਬੰਦੇ ਨੂੰ ਬੱਸ ਤੋਂ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਪਟਿਆਲੇ ਦੀ ਚੁੰਗੀ ਲੰਘਣ ਮਗਰੋਂ ਜੀਤ ਨੇ ਬੱਸ ਦੇ ਡਰਾਈਵਰ ਨੂੰ ਕਹਿ ਕੇ ਬੱਸ ਲੀਲਾ ਭਵਨ ਵੱਲ ਮੁੜਵਾ ਲਈ, ਜਿਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸਵਾਰੀਆਂ ਨੇ ਗੁੱਸਾ ਦਿਖਾਇਆ। ਦੂਖ ਨਿਵਾਰਨ ਸਾਹਿਬ ਜਾਣ ਵਾਲੀਆਂ ਸਵਾਰੀਆਂ ਨੇ ਬੇਟਾ। ਉਸ ਨੇ ਸਿਨੇਮੇ ਕੋਲ ਬੱਸ ਰੁਕਵਾ ਕੇ ਪਾਲੀ ਨੂੰ ਉੱਥੋਂ ਹਸਪਤਾਲ ਨੇੜੇ ਹੋਣ ਬਾਰੇ ਦੱਸ ਕੇ ਉਤਰ ਜਾਣ ਲਈ ਕਿਹਾ। ਇੱਕ ਦਿਨ ਬੱਸ ਭਰੀ ਹੋਈ ਸੀ ਅਤੇ ਜੀਤ ਵਾਧੂ ਸਵਾਰੀਆਂ ਨੂੰ ਉਤਾਰ ਰਿਹਾ ਸੀ, ਪਰ ਉਸਨੇ ਪਾਲੀ ਲਈ ਸੀਟ ਰੱਖੀ ਹੋਈ ਸੀ। ਇੱਕ ਦਿਨ ਪਾਲੀ ਕਿਸੇ ਹੋਰ ਬੱਸ ਵਿੱਚ ਜਾਣ ਲਈ ਜਾਣ-ਬੁੱਝ ਕੇ ਥੋੜ੍ਹਾ ਦੇਰ ਨਾਲ ਆਈ, ਪਰ ਜੀਤ ਨੇ ਉਸ ਲਈ ਬੱਸ ਵੀ ਰੋਕੀ ਹੋਈ ਸੀ ਅਤੇ ਸੀਟ ਵੀ ਰੱਖੀ ਹੋਈ ਸੀ। ਪਾਲੀ ਦੀ ਬਦਲੀ ਵਿੱਚ ਦੇਰੀ ਹੋ ਰਹੀ ਸੀ ਅਤੇ ਉਹ ਬੱਸ ਦੇ ਸਫ਼ਰ ਤੋਂ ਤੰਗ ਆ ਗਈ ਸੀ। ਪਾਲੀ ਤੋਂ ਜੀਤ ਨੇ ਕਿਰਾਇਆ ਲੈਣਾ ਵੀ ਬੰਦ ਕਰ ਦਿੱਤਾ ਸੀ
ਪਾਲੀ ਪ੍ਰਤੀ ਜੀਤ ਦੇ ਹਮਦਰਦੀ ਭਰੇ ਵਤੀਰੇ ਨੂੰ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਸਨ, ਜਿਸ ਕਾਰਨ ਪਾਲੀ ਨੂੰ ਜੀਤ ਪ੍ਰਤੀ ਮਨ ਹੀ ਮਨ ਗੁੱਸਾ ਵੀ ਆਉਂਦਾ, ਪਰ ਉਹ ਉਸ ਨਾਲ ਝਗੜਾ ਕਰਨਾ ਵੀ ਠੀਕ ਨਾ ਸਮਝਦੀ। ਇੱਕ ਦਿਨ ਰਾਸਤੇ ਵਿੱਚ ਚੈਕਰ ਬੱਸ ਲਈ ਚੜ੍ਹ ਆਇਆ। ਪਾਲੀ ਉਸ ਨੂੰ ਦੇਖ ਕੇ ਘਬਰਾ ਗਈ, ਕਿਉਂਕਿ ਉਸ ਨੇ ਵੀ ਜੀਤ ਨੇ ਉਸ ਤੋਂ ਪੈਸੇ ਲਏ ਨਾ ਟਿਕਟ ਦਿੱਤੀ। ਮਤਲਬ ਕਿ ਉਹਦੇ ਕੋਲ ਟਿਕਟ ਹੈ ਨਹੀਂ ਸੀ। ਕਿਹਦੇ ਕੋਲ ਨਹੀਂ ਸੀਗੀ ਟਿਕਟ? ਪਾਲੀ ਕੋਲ। ਤੇ ਉਹ ਘਬਰਾ ਗਈ ਕਿ ਹੁਣ ਮੈਂ ਕੀ ਕਹਾਂਗੀ। ਪਰੰਤੂ ਪਾਲੀ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਜੀਤ ਨੇ ਪਾਲੀ ਦੀ ਟਿਕਟ ਆਪਣੀ ਜੇਬ ਵਿੱਚੋਂ ਕੱਢ ਕੇ ਦਿਖਾਉਂਦਿਆਂ ਕਿਹਾ ਕਿ ਇਹ ਉਸ ਦੀ ਭੈਣ ਹੈ। ਹੁਣ ਉਹ ਕਨੈਕਟਰ ਨੂੰ ਜਦੋਂ ਪੁੱਛਿਆ ਚੈਕਰ ਨੇ, ਕਹਿੰਦਾ ਇਹ ਹੈ ਜੀ ਟਿਕਟ ਇਸ ਗੁੱਡੀ ਦੀ, ਇਹ ਮੇਰੀ ਭੈਣ ਹੈ, ਇਹਦੀ ਟਿਕਟ ਮੇਰੇ ਕੋਲ ਹੈ। ਪਾਲੀ ਹੈਰਾਨ ਸੀ ਕਿ 60 ਰੁਪਏ ਦੀ ਤਨਖਾਹ ਲੈਣ ਵਾਲਾ ਕਨੈਕਟਰ ਉਸ ਦੀ ਟਿਕਟ ਦੇ ਪੈਸੇ ਕਿਸ ਤਰ੍ਹਾਂ ਭਰਦਾ ਹੋਵੇਗਾ ਵੀ ਹਰ ਰੋਜ਼ ਮੈਨੂੰ ਟਿਕਟ ਨਹੀਂ ਦਿੰਦਾ, ਮਤਲਬ ਮੇਰੀ ਟਿਕਟ ਦੇ ਪੈਸੇ ਆਪ ਭਰ ਕੇ ਟਿਕਟ ਜੇਬ 'ਚ ਪਾ ਲੈਂਦਾ, ਵੀ ਇਹ ਵਿਚਾਰਾ 60 ਰੁਪਏ ਮਹੀਨੇ 'ਤੇ ਇਹ ਕਨੈਕਟਰ ਲੱਗਿਆ ਹੋਇਆ, ਮੇਰੇ ਪੈਸੇ ਹਰ ਰੋਜ਼ ਕਿਵੇਂ ਭਰਦਾ ਹੋਊ। ਉਹ ਪਰੇਸ਼ਾਨ ਹੋ ਜਾਂਦੀ ਆ, ਹੌਸਪੀਟਲ 'ਚ ਇਹੀ ਗੱਲ ਬਾਰੇ ਸੋਚਦੀ ਰਹਿੰਦੀ ਆ। ਹਸਪਤਾਲ ਵਿੱਚ ਉਹ ਇਹ ਸੋਚ ਕੇ ਬੇਚੈਨ ਹੁੰਦੀ ਰਹੀ ਵੀ ਉਹ ਕਿਵੇਂ ਭਰਦਾ ਹੋਏਗਾ ਮੇਰੇ ਪੈਸੇ। ਸ਼ਾਮ ਨੂੰ ਜਦੋਂ ਉਹ ਬੱਸ ਅੱਡੇ 'ਤੇ ਪਹੁੰਚੀ ਤਾਂ ਜੀਤ ਨੇ ਉਸ ਨੂੰ ਦੱਸਿਆ ਕਿ ਉਸ ਦੀ ਭੈਣ ਅਮਰਜੀਤ, ਹੁਣ ਇਹਦੀ ਜੀਤ ਦੀ ਭੈਣ ਦਾ ਨਾਮ ਕੀ ਸੀ ਬੇਟਾ? ਅਮਰਜੀਤ, ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ, ਪਰ ਉਹ ਹੱਲਿਆਂ ਵਿੱਚ ਟੱਬਰ ਸਮੇਤ ਮਰ ਗਈ। ਵੀ ਮੇਰਾ ਪਰਿਵਾਰ ਅਤੇ ਮੇਰੀ ਭੈਣ ਹੱਲਿਆਂ ਦੇ ਟਾਈਮ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ। ਉਹ ਰੁਲਦਾ ਖੁਲਦਾ ਇੱਥੇ ਪਹੁੰਚ ਕੇ ਕੰਡਕਟਰ ਲੱਗ ਗਿਆ। ਕਹਿੰਦਾ ਮੈਂ ਭੈਣੇ ਫਿਰ ਰੁਲਦਾ ਖੁਲਦਾ ਇੱਥੇ ਪਹੁੰਚ ਗਿਆ ਅਤੇ ਮੈਂ ਕਨੈਕਟਰ ਲੱਗ ਗਿਆ। ਅਤੇ ਉਸ ਨੂੰ ਉਸ ਦੇ ਹੱਥ ਵਿੱਚ ਬੈਗ ਅਤੇ ਟੂਟੀਆਂ ਦੇਖ ਕੇ ਆਪਣੀ ਭੈਣ ਯਾਦ ਆ ਜਾਂਦੀ ਹੈ। ਕਹਿੰਦਾ ਤੇਰੇ ਹੱਥ 'ਚ ਭੈਣੇ ਬੈਗ ਦੇਖ ਕੇ, ਤੇਰੇ ਕੰਨਾਂ 'ਚ ਲਾਈਆਂ ਹੋਈਆਂ ਟੂਟੀਆਂ ਦੇਖ ਕੇ ਮੈਨੂੰ ਤੇਰੇ ਵਿੱਚ ਆਪਣੀ ਭੈਣ ਅਮਰਜੀਤ ਕੌਰ ਯਾਦ ਆ ਜਾਂਦੀ ਹੈ। ਇਹ ਸੁਣ ਕੇ ਪਾਲੀ ਬਹੁਤ ਬੇਚੈਨ ਹੋ ਗਈ। ਉਸ ਨੂੰ ਸਮਝ ਨਹੀਂ ਸੀ ਲੱਗਦੀ ਕਿ ਉਹ ਕੀ ਕਹੇ, ਪਰ ਪਾਲੀ ਉਸ ਨੂੰ ਜਾਂਦੇ ਨੂੰ ਬੜੀਆਂ ਮੋਹ ਭਰੀਆਂ ਅੱਖਾਂ ਨਾਲ ਦੇਖ ਰਹੀ ਸੀ। ਸੋ ਇਹ ਬੇਟਾ ਛੋਟੀ ਜਿਹੀ ਘਟਨਾ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਜੇ ਦੇਖਦਾ ਤਾਂ ਜ਼ਰੂਰੀ ਨਹੀਂ ਕਿ ਉਹਦੇ ਪਿੱਛੇ ਕੋਈ ਗਲਤ ਨੀਅਤ ਹੋਵੇ। ਕਈ ਵਾਰ ਦੂਸਰੇ ਇਨਸਾਨ ਦਾ ਵਰਤਾਅ ਤੁਹਾਡੇ ਨਾਲ ਹੋ ਸਕਦਾ ਕਿ ਕੋਈ ਲੜਕੀ ਤੁਹਾਨੂੰ ਦੇਖਦੀ ਆ, ਉਹ ਇੱਕ ਭਰਾ ਦੇ ਰੂਪ ਦੇ ਵਿੱਚ ਦੇਖਦੀ ਹੋਵੇ। ਹੋ ਸਕਦਾ ਕੋਈ ਲੜਕਾ ਤੁਹਾਨੂੰ ਦੇਖ ਰਿਹਾ, ਉਹ ਤੁਹਾਨੂੰ ਆਪਣੀ ਭੈਣ ਦੇ ਰੂਪ ਵਿੱਚ ਦੇਖਦਾ ਹੋਵੇ। ਸੋ ਬੇਟਾ ਇਹ ਇੱਕ ਫੀਲਿੰਗ ਆ, ਜਦੋਂ ਉਹ ਮੌਖਿਕ ਤੌਰ 'ਤੇ ਬੋਲ ਕੇ ਜ਼ਾਹਿਰ ਹੁੰਦੀ ਆ ਤਾਂ ਮਨ ਨੂੰ ਬੜਾ ਸਕੂਨ ਮਿਲਦਾ। ਅਤੇ ਹੁਣ ਜਿਹੜੀ ਪਾਲੀ ਆ ਉਹਦੇ ਮਨ ਨੂੰ ਬਹੁਤ ਚੈਨ ਮਿਲਦੀ ਹੈ ਕਿ ਮੈਂ ਇਹਨੂੰ ਗਲਤ ਸਮਝ ਰਹੀ ਸੀ, ਬਟ ਇਹ ਤਾਂ ਮੇਰੇ ਵਿੱਚ ਆਪਣੀ ਭੈਣ ਨੂੰ ਵੇਖਦਾ, ਅਤੇ ਉਹਨੂੰ ਤਰਸ ਭਰੀਆਂ ਨਜ਼ਰ ਨਾਲ ਦੇਖ ਰਹੀ ਸੀ ਅਤੇ ਆਪ ਚੁੱਪ ਸੀ। ਅਤੇ ਜੋ ਪਾਲੀ ਦੇ ਮਨ ਦੇ ਸਵਾਲ ਸੀ ਬੇਟਾ, ਉਹ ਜਦੋਂ ਜੀਤ ਨੇ ਆਪਣੀ ਕਹਾਣੀ ਦੱਸੀ ਤਾਂ ਸਾਰੇ ਕਲੀਅਰ ਹੋ ਗਏ। ਸੋ ਇਹ ਇੱਕ ਛੋਟੀ ਜਿਹੀ ਘਟਨਾ ਬੇਟਾ, ਜਿਸ ਕਹਾਣੀ ਦਾ ਨਾਮ ਹੈ ਬੱਸ ਕੰਡਕਟਰ। ਆਓ ਇਹਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ ਨੂੰ ਪੜ੍ਹਦੇ ਹਾਂ। ਬੱਸ ਵਿੱਚ ਸਵਾਰ ਇੱਕ ਸਰਦਾਰ ਪਾਲੀ ਬਾਰੇ ਵੀ ਆਖਦਾ ਹੈ। ਕੀ ਆਖਦਾ ਬਈ? ਉੱਤਰ, ਬੱਸ ਵਿੱਚ ਸਵਾਰ ਇੱਕ ਸਰਦਾਰ ਪਾਲੀ ਦੀ ਪ੍ਰਸ਼ੰਸਾ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਕਈ ਵਾਰੀ ਪਟਿਆਲੇ ਗਿਆ ਹੈ। ਉਸਨੇ ਇਹ ਡਾਕਟਰਨੀ ਕੁੜੀ ਕਦੇ ਬੋਲਦੀ ਨਹੀਂ ਸੁਣੀ, ਇਸ ਲਈ ਉਹ ਪਾਲੀ ਨੂੰ ਕਿਸੇ ਘਰਾਣੇ ਦੀ ਕੁੜੀ ਕਹਿੰਦਾ ਹੈ ਵੀ ਬਹੁਤ ਵਧੀਆ ਘਰ ਦੀ ਕੁੜੀ ਹੋਊ, ਮੈਂ ਬਹੁਤ ਵਾਰ ਦੇਖਿਆ, ਕੁੜੀ ਕੋਈ ਫਾਲਤੂ ਗੱਲਬਾਤ ਨਹੀਂ ਕਰਦੀ। ਜਦੋਂ ਬੇਟਾ ਅਸੀਂ ਬੱਸ ਸਫ਼ਰ ਕਰਦੇ ਹਾਂ ਨਾ, ਬਹੁਤ ਸਾਰੇ ਲੋਕ ਜਿਹੜੇ ਵੱਖ-ਵੱਖ ਡਿਪਾਰਟਮੈਂਟ 'ਚ ਜੋਬ ਕਰਦੇ ਨੇ, ਉਹ ਇਕੱਠੇ ਤੁਹਾਡੇ ਨਾਲ ਬੱਸ 'ਚ ਚੜ੍ਹਦੇ ਨੇ। ਤੁਸੀਂ ਉਹਨਾਂ ਨੂੰ ਜਾਣਦੇ ਨਹੀਂ ਹੁੰਦੇ, ਪਰ ਉਹਨਾਂ ਨਾਲ ਤੁਹਾਡੀ ਇੱਕ ਸਾਂਝ ਹੁੰਦੀ ਹੈ। ਉਹ ਲੋਕ ਦੇਖਦੇ ਨੇ ਕਿ ਇਹ ਬੰਦਾ ਉੱਥੇ ਲੱਗਿਆ, ਇੱਥੇ ਲੱਗਿਆ। ਬੇਸ਼ੱਕ ਉਹ ਗੱਲ ਨਾ ਕਰਨ, ਬਟ ਉਹਦੇ ਬਾਰੇ ਜਾਣਕਾਰੀ ਜ਼ਰੂਰ ਰੱਖਦੇ ਨੇ। ਜੇ ਕੋਈ ਬੰਦਾ ਜ਼ਿਆਦਾ ਗੱਲਾਂ ਮਾਰਦਾ, ਥੋੜ੍ਹਾ ਜਿਹਾ ਹੋਰ ਤਰ੍ਹਾਂ ਦੀ ਨੇਚਰ ਆ, ਸ਼ਰਾਰਤੀ ਆ, ਜਾਂ ਕੋਈ ਬੰਦੇ ਦਾ ਸੁਭਾਅ ਥੋੜ੍ਹਾ ਖੜੂਸ ਆ, ਜਾਂ ਕੋਈ ਸ਼ਾਂਤ ਚਿੱਤਾ, ਉਹ ਹਰੇਕ ਇੱਕ ਦੂਜੇ ਬਾਰੇ ਬਹੁਤ ਸਾਰੀ ਜਾਣਕਾਰੀ ਰੱਖਦਾ, ਜਿਹੜਾ ਹਰ ਰੋਜ਼ ਤੁਹਾਡੇ ਨਾਲ ਸਫ਼ਰ ਕਰਦਾ ਹੈ। ਪ੍ਰਸ਼ਨ ਨੰਬਰ 2, ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆਂ ਪਾਲੀ ਅਤੇ ਬੁੱਢੀ ਮਾਈ ਨਾਲ ਕਿਹੋ ਜਿਹਾ ਵਰਤਾਓ ਕੀਤਾ? ਉੱਤਰ, ਬੱਸ ਕੰਡਕਟਰ ਦਾ ਵਰਤਾਓ ਪਾਲੀ ਪ੍ਰਤੀ ਹਮਦਰਦੀ ਵਾਲਾ ਪਰ ਬੁੱਢੀ ਮਾਈ ਪ੍ਰਤੀ ਰੁੱਖਾ ਸੀ। ਬੱਸ ਕਿਰਾਏ ਲਈ
ਖੁੱਲ੍ਹੇ ਪੈਸੇ ਨਾ ਹੋਣ ਕਾਰਨ ਕੰਡਕਟਰ ਨੇ ਪਾਲੀ ਨੂੰ ਤਾਂ ਕਿਰਾਇਆ ਅਗਲੇ ਦਿਨ ਦੇਣ ਦੀ ਮੋਹਲਤ ਦੇ ਦਿੱਤੀ, ਪਰ ਇੱਕ ਬੁੱਢੀ ਮਾਈ ਨਾਲ ਰੁੱਖਾ ਵਰਤਾਓ ਕੀਤਾ। ਉਸ ਨੇ ਬੁੱਢੀ ਮਾਈ ਨੂੰ ਬੱਸ ਵਿੱਚੋਂ ਹੇਠਾਂ ਉਤਰ ਕੇ ਪੈਸੇ ਬਣਾ ਕੇ ਲਿਆਉਣ ਲਈ ਕਿਹਾ। ਉਸ ਨੇ ਬੁੱਢੀ ਦੁਆਰਾ ਤਰਲੇ ਕਰਨ ਉੱਤੇ ਵੀ ਉਸ ਨੂੰ ਬੈਠਣ ਦਿੱਤਾ। ਜਦੋਂ ਮਾਤਾ ਨੇ ਤਰਲੇ ਕੀਤੇ ਤਾਂ ਉਹਨੂੰ ਬੈਠਣ ਦਿੱਤਾ। ਪ੍ਰਸ਼ਨ ਨੰਬਰ 3, ਬੱਸ ਕੰਡਕਟਰ ਬਾਰੇ ਪਾਲੀ ਦੇ ਮਨ ਵਿੱਚ ਕੀ ਵਿਚਾਰ ਆ ਰਹੇ ਸਨ? ਉੱਤਰ ਹੈ, ਪਾਲੀ ਨੂੰ ਸ਼ੁਰੂ ਵਿੱਚ ਤਾਂ ਬੱਸ ਕੰਡਕਟਰ ਜੀਤ ਦਾ ਹਮਦਰਦੀ ਭਰਪੂਰ ਵਰਤਾਓ ਵਧੀਆ ਲੱਗਾ, ਪਰ ਜਦੋਂ ਜੀਤ ਨੇ ਪਾਲੀ ਤੋਂ ਕਿਰਾਇਆ ਨਾ ਲਿਆ, ਉਸ ਲਈ ਭਰੀ ਬੱਸ ਵਿੱਚ ਬੈਠਣ ਲਈ ਸੀਟ ਰੱਖੀ ਅਤੇ ਉਸ ਦੀ ਉਡੀਕ ਵਿੱਚ ਬੱਸ ਨੂੰ ਰੋਕੀ ਰੱਖਿਆ, ਤਾਂ ਜੀਤ ਦਾ ਅਜਿਹਾ ਵਰਤਾਓ ਪਾਲੀ ਨੂੰ ਚੰਗਾ ਨਹੀਂ ਲੱਗਿਆ, ਕਿਉਂਕਿ ਉਹ ਬਿਨਾਂ ਟਿਕਟ ਲਏ ਸਫ਼ਰ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਡਰ ਸੀ ਕਿ ਬਾਕੀ ਸਵਾਰੀਆਂ ਕੀ ਸੋਚਦੀਆਂ ਹੋਣਗੀਆਂ। ਜਦੋਂ ਪਾਲੀ ਨੂੰ ਪਤਾ ਲੱਗਾ ਕਿ ਜੀਤ ਉਸ ਦੀ ਟਿਕਟ ਦੇ ਪੈਸੇ ਆਪਣੀ ਜੇਬ ਵਿੱਚੋਂ ਭਰ ਰਿਹਾ ਹੈ, ਤਾਂ ਪਾਲੀ ਨੂੰ ਹੈਰਾਨੀ ਹੋਈ ਕਿ 60 ਰੁਪਏ ਦੀ ਤਨਖਾਹ ਨਾਲ ਗੁਜ਼ਾਰਾ ਕਰਨ ਵਾਲਾ ਉਸ ਦੀ ਟਿਕਟ ਦੇ ਪੈਸੇ ਕਿਵੇਂ ਦਿੰਦਾ ਹੋਵੇਗਾ। ਇਹ ਬੇਟਾ ਸਾਰੇ ਵਿਚਾਰ ਨੇ ਜਿਹੜੇ ਪਾਲੀ ਦੇ ਮਨ ਦੇ ਵਿੱਚ ਉਸ ਕੰਡਕਟਰ ਬਾਰੇ ਆਉਂਦੇ ਹਨ। ਬੱਸ ਵਿੱਚ ਟਿਕਟ ਚੈਕਰ ਦੇ ਚੜ੍ਹ ਜਾਣ ਨਾਲ ਪਾਲੀ ਕਿਉਂ ਡਰ ਰਹੀ ਸੀ? ਕਿਉਂਕਿ ਬੇਟਾ ਟਿਕਟ ਨਹੀਂ ਸੀਗੀ ਪਾਲੀ ਕੋਲ। ਉੱਤਰ ਹੈ, ਪਾਲੀ ਨੇ ਟਿਕਟ ਲਈ ਪੈਸੇ ਅੱਗੇ ਕੀਤੇ ਸਨ। ਪਾਲੀ ਨੇ ਟਿਕਟ ਲਈ ਪੈਸੇ ਅੱਗੇ ਕੀਤੇ ਸਨ, ਪਰ ਜੀਤ ਨੇ ਪਾਲੀ ਤੋਂ ਟਿਕਟ ਦੇ ਪੈਸੇ ਨਹੀਂ ਲਏ ਸਨ। ਜਦੋਂ ਚੈਕਰ ਬੱਸ ਵਿੱਚ ਚੜ੍ਹ ਕੇ ਟਿਕਟਾਂ ਚੈੱਕ ਕਰਨ ਲੱਗਾ, ਤਾਂ ਕੰਡਕਟਰ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਈ। ਉਸ ਨੂੰ ਡਰ ਸੀ ਕਿ ਉਸ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਸ ਕੋਲ ਟਿਕਟ ਨਹੀਂ ਹੈ। ਸੋ ਬੇਟਾ ਇਸ ਤਰ੍ਹਾਂ ਉਹਦੇ ਮਨ ਦੇ ਵਿੱਚ ਡਰ ਸੀ ਕਿ ਹੁਣ ਮੈਂ ਕੀ ਕਹਾਂਗੀ ਚੈਕਰ ਨੂੰ। ਹਸਪਤਾਲ ਵਿੱਚ ਕਿਹੜੀ ਗੱਲ ਪਾਲੀ ਨੂੰ ਬੇਚੈਨ ਕਰ ਰਹੀ ਸੀ? ਉੱਤਰ ਹੈ, ਹਸਪਤਾਲ ਵਿੱਚ ਪਾਲੀ ਨੂੰ ਇਸ ਗੱਲ ਦੀ ਬੇਚੈਨੀ ਸੀ ਕਿ ਬੱਸ ਕੰਡਕਟਰ ਜੀਤ ਕਿਸ ਤਰ੍ਹਾਂ ਆਪਣੀ 60 ਰੁਪਏ ਦੀ ਤਨਖਾਹ ਵਿੱਚੋਂ ਉਸ ਦੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇਗਾ। ਉਹ ਸੋਚ ਰਹੀ ਸੀ ਕਿ ਹੋ ਸਕਦਾ ਹੈ ਉਸ ਨੂੰ ਕਿਸੇ ਦਿਨ ਰੋਟੀ ਤੋਂ ਬਿਨਾਂ ਵੀ ਰਹਿਣਾ ਪੈਂਦਾ ਹੋਵੇ। ਇਹ ਬੇਟਾ ਉਹ ਸੋਚਦੀ ਆ ਉੱਥੇ ਬੈਠੀ ਹਸਪੀਟਲ ਦੇ ਵਿੱਚ। ਅੱਗੇ ਪ੍ਰਸ਼ਨ ਨੰਬਰ 6, ਬੱਸ ਕੰਡਕਟਰ ਨੇ ਪਾਲੀ ਨਾਲ ਆਪਣਾ ਕਿਹੜਾ ਰਾਜ ਸਾਂਝਾ ਕੀਤਾ? ਉੱਤਰ, ਬੱਸ ਕੰਡਕਟਰ ਜੀਤ ਨੇ ਪਾਲੀ ਨਾਲ ਆਪਣੇ ਦਿਲ ਦਾ ਰਾਜ ਸਾਂਝਾ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਵੀ ਲਾਹੌਰ ਵਿੱਚ ਡਾਕਟਰੀ ਵਿੱਚ ਪੜ੍ਹਦੀ ਸੀ। ਹੱਲਿਆਂ ਵੇਲੇ ਉਹ ਸਾਰੇ ਟੱਬਰ ਸਮੇਤ ਮਾਰੀ ਗਈ। ਉਹ ਰੁਲਦਾ ਖੁਲਦਾ ਇੱਧਰ ਆ ਗਿਆ। ਇੱਧਰ ਤੋਂ ਭਾਵ ਪੰਜਾਬ 'ਚ ਬੇਟਾ ਭਾਰਤ ਦੇ ਵਿੱਚ। ਪੜ੍ਹਾਈ ਨਾ ਹੋਣ ਕਰਕੇ ਉਹ ਕੰਡਕਟਰ ਬਣ ਗਿਆ। ਉਸ ਨੂੰ ਪਾਲੀ ਦਾ ਬੈਗ ਤੇ ਟੂਟੀਆਂ ਦੇਖ ਕੇ ਆਪਣੀ ਭੈਣ ਅਮਰਜੀਤ ਯਾਦ ਆ ਜਾਂਦੀ ਹੈ। ਇਸ ਕਰਕੇ ਉਹ ਉਸ ਨਾਲ ਇੰਨਾ ਮੋਹ ਰੱਖਦਾ ਹੈ। ਪ੍ਰਸ਼ਨ ਨੰਬਰ 7, ਬੱਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ? ਉੱਤਰ, ਬੱਸ ਕੰਡਕਟਰ 1947 ਦੇ ਘੱਲੂਘਾਰੇ ਦਾ ਸ਼ਿਕਾਰ ਇੱਕ ਨੌਜਵਾਨ ਸੀ। ਘੱਲੂਘਾਰੇ ਤੋਂ ਭਾਵ ਬੇਟਾ ਜਦੋਂ ਵੱਢ ਟੁੱਕ ਹੁੰਦੀ ਹੈ ਉਹਨੂੰ ਘੱਲੂਘਾਰਾ ਕਹਿੰਦੇ ਆ। ਜਦੋਂ 1947 ਦੇ ਵਿੱਚ ਜਿਹੜੇ ਹਿੰਦੂ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਵਿੱਚ ਵੰਡ ਪੈਂਦੀ ਹੈ ਬੇਟਾ, ਉਸ ਨੂੰ ਬੋਲਦੇ ਆ ਘੱਲੂਘਾਰੇ ਦਾ ਸ਼ਿਕਾਰ, ਜਿਹਦੇ ਵਿੱਚ ਉਹਦਾ ਸਾਰਾ ਪਰਿਵਾਰ ਜਿਹੜਾ ਮਾਰਿਆ ਜਾਂਦਾ ਜੀਤ ਦਾ। ਉਸ ਦਾ ਪਰਿਵਾਰ ਪਾਕਿਸਤਾਨ ਵਿੱਚ ਹੱਲਿਆਂ ਵੇਲੇ ਮਾਰਿਆ ਗਿਆ ਸੀ। ਹੱਲਿਆਂ ਤੋਂ ਭਾਵ ਉਹੀ ਗੱਲ ਹੈ ਬੇਟਾ 1947 ਦੀ ਵੰਡ। ਉਹ ਇੱਕ ਗਰੀਬ ਅਤੇ ਇਮਾਨਦਾਰ ਆਦਮੀ ਹੈ। ਉਸ ਦੇ ਦਿਲ ਵਿੱਚ ਆਪਣੀ ਮਰ ਚੁੱਕੀ ਭੈਣ ਲਈ ਬਹੁਤ ਪਿਆਰ ਹੈ। ਉਸ ਦੀ ਭੈਣ ਡਾਕਟਰੀ ਦੀ ਪੜ੍ਹਾਈ ਕਰਦੀ ਸੀ, ਇਸ ਲਈ ਉਹ ਪਾਲੀ ਵਿੱਚੋਂ ਆਪਣੀ ਮਰ ਚੁੱਕੀ ਭੈਣ ਦਾ ਚਿਹਰਾ ਦੇਖਦਾ ਹੈ ਅਤੇ ਉਸ ਨਾਲ ਹਮਦਰਦੀ ਅਤੇ ਪਿਆਰ ਨਾਲ ਪੇਸ਼ ਆਉਂਦਾ ਹੈ। ਅੱਗੇ ਹੈਗੇ ਨੇ ਬੇਟਾ ਵਸਤੂਨਿਸ਼ਟ ਪ੍ਰਸ਼ਨ। ਬੱਸ ਕੰਡਕਟਰ ਕਹਾਣੀ ਕਿਸ ਦੀ ਲਿਖੀ ਹੋਈ ਹੈ? ਉੱਤਰ ਹੈ, ਦਲੀਪ ਕੌਰ ਟਿਵਾਣਾ ਦੀ। ਪ੍ਰਸ਼ਨ ਨੰਬਰ 2, ਪਾਲੀ ਕੀ ਕੰਮ ਕਰਦੀ ਸੀ? ਉੱਤਰ ਹੈ, ਡਾਕਟਰੀ। ਪਾਲੀ ਦੀ ਤਨਖਾਹ ਕਿੰਨੀ ਸੀ? 300 ਰੁਪਏ।
ਡਾਕਟਰ ਪਾਲੀ ਦੀ ਬਦਲੀ ਕਿੱਥੋਂ ਕਿੱਥੇ ਹੋਈ ਸੀ? ਨਾਭੇ ਤੋਂ ਪਟਿਆਲੇ। ਪਾਲੀ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ? 10 ਰੁਪਏ ਦਾ ਨੋਟ। ਜੀਤ ਨੇ ਪਾਲੀ ਨੂੰ ਕਿੱਥੇ ਉਤਾਰਿਆ? ਸਿਨੇਮੇ ਦੇ ਕੋਲ। ਪ੍ਰਸ਼ਨ ਨੰਬਰ 7, ਭਰੀ ਹੋਈ ਬੱਸ ਵਿੱਚ ਪਾਲੀ ਲਈ ਸੀਟ ਕਿਸ ਨੇ ਰੱਖੀ ਹੋਈ ਸੀ? ਉੱਤਰ ਹੈ ਜੀਤ ਕੰਡਕਟਰ ਨੇ। ਪ੍ਰਸ਼ਨ ਨੰਬਰ 8, ਕੰਡਕਟਰ ਨੇ ਟਿਕਟ ਚੈਕਰ ਨੂੰ ਆਪਣਾ ਤੇ ਪਾਲੀ ਦਾ ਕੀ ਰਿਸ਼ਤਾ ਦੱਸਿਆ? ਉੱਤਰ ਹੈ ਭੈਣ ਭਰਾ ਦਾ। ਪ੍ਰਸ਼ਨ ਨੰਬਰ 9, ਜੀਤ ਕੰਡਕਟਰ ਦੀ ਤਨਖਾਹ ਕਿੰਨੀ ਸੀ? 60 ਰੁਪਏ। ਪ੍ਰਸ਼ਨ ਨੰਬਰ 10, ਜੀਤ ਕੰਡਕਟਰ ਦੀ ਭੈਣ ਕੀ ਬਣਨਾ ਚਾਹੁੰਦੀ ਸੀ? ਉੱਤਰ ਹੈ ਡਾਕਟਰ। ਪ੍ਰਸ਼ਨ ਨੰਬਰ 11, ਜੀਤ ਕੰਡਕਟਰ ਦੀ ਭੈਣ ਕਿੱਥੇ ਡਾਕਟਰੀ ਵਿੱਚ ਪੜ੍ਹਦੀ ਸੀ? ਉੱਤਰ ਹੈ ਲਾਹੌਰ ਵਿੱਚ। ਪ੍ਰਸ਼ਨ ਨੰਬਰ 12, ਜੀਤ ਕੰਡਕਟਰ ਦੇ ਘਰ ਦੇ ਸਾਰੇ ਜੀਅ ਕਿੱਥੇ ਮਾਰੇ ਗਏ ਸਨ? ਉੱਤਰ ਹੈ ਲਾਹੌਰ ਵਿੱਚ ਹੱਲਿਆਂ ਵੇਲੇ। ਪ੍ਰਸ਼ਨ ਨੰਬਰ 13, ਜੀਤ ਕੰਡਕਟਰ ਦੀ ਭੈਣ ਦਾ ਕੀ ਨਾਂ ਸੀ? ਉੱਤਰ ਹੈ ਅਮਰਜੀਤ। ਪ੍ਰਸ਼ਨ ਨੰਬਰ 14, ਜੀਤ ਕੰਡਕਟਰ ਨੂੰ ਪਾਲੀ ਨੂੰ ਦੇਖ ਕੇ ਕੌਣ ਯਾਦ ਆ ਜਾਂਦਾ ਸੀ? ਆਪਣੀ ਭੈਣ। ਤੇ ਬੇਟਾ ਇੱਥੇ ਇੱਕ ਪ੍ਰਸ਼ਨ ਇਹ ਵੀ ਬਣਦਾ ਕਿ ਜਿਹੜੀ ਬੱਸ ਚਲਾਉਂਦਾ ਸੀ ਜਾਂ ਕਨੈਕਟਰ ਸੀ ਜਿਹਦੇ ਉੱਪਰ ਉਸ ਬੱਸ ਦਾ ਨਾਂ ਕੀ ਸੀ? ਪੀਪਲਜ਼ ਬੱਸ ਦੀ ਬੇਟਾ ਉਸ ਬੱਸ ਦਾ ਨਾਂ। ਸੋ ਇਹ ਸਨ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ ਤੇ ਥੋੜ੍ਹੇ ਲੌਂਗ ਪ੍ਰਸ਼ਨਾਂ ਉੱਤਰਾਂ ਵਾਲੀ ਜਿਹੜੀ ਵੀਡੀਓ ਆਪਾਂ ਬਣਾਈ ਆ, ਤੇ ਇਹਦੇ ਵਿੱਚ ਬੇਟਾ ਸਾਰ ਹੈ। ਸੋ ਸਾਰ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਘੱਟ ਸ਼ਬਦਾਂ ਵਿੱਚ ਜ਼ਰੂਰ ਸਮਝਣ ਦੀ ਕੋਸ਼ਿਸ਼ ਕੀਤੀ ਹੋਏਗੀ। ਸੋ ਇਸ ਕਹਾਣੀ ਨੂੰ ਹੋਰ ਵਧੀਆ ਢੰਗ ਨਾਲ ਜਾਣਨ ਲਈ ਤੇ ਸਮਝਣ ਲਈ ਤੁਸੀਂ ਆਪਣੀ ਪਾਠ ਪੁਸਤਕ ਵਿਚਲੀ ਕਹਾਣੀ ਜਿਸ ਦਾ ਨਾਮ ਹੈ ਬੱਸ ਕੰਡਕਟਰ ਜ਼ਰੂਰ ਪੜ੍ਹਨੀ ਹੈ। ਹੁਣ ਬੱਸ ਕੰਡਕਟਰ ਕਹਾਣੀ ਦੇ ਨਾਲ ਸੰਬੰਧਿਤ ਜਿਹੜੀ ਪ੍ਰਸ਼ਨ ਉੱਤਰਾਂ ਦੀ ਵੀਡੀਓ ਹੈ ਉਸ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।